हाँ जी, गुरु स्टडी पॉइंट ਤੇ ਆਪ ਜੀ ਦਾ ਸਵਾਗਤ ਹੈ ਦੋਸਤੋ। ਐਸਐਸਟੀ ਦਾ ਲੈ ਕੇ ਆਏ ਹਾਂ ਲੈਕਚਰ। ਅੱਜ ਦਾ ਆਪਣਾ 6ਵਾਂ ਲੈਕਚਰ ਐਸਐਸਟੀ ਦਾ। ਸੋ ਲੜੀਵਾਰ ਚੱਲ ਰਹੇ ਹਾਂ ਆਪਾਂ। ਹਿਸਟਰੀ ਵਿਸ਼ੇ ਨੂੰ ਆਪਾਂ ਸ਼ੁਰੂ ਕੀਤਾ ਹੋਇਆ ਦੋਸਤੋ। ਸੋ ਅੱਜ ਆਪਾਂ ਛੋਟੇ ਛੋਟੇ ਇੱਕ ਮਤਲਬ ਵੰਸ਼ ਹੋਏ ਨੇ, ਕੁਸ਼ਾਣ ਵੰਸ਼, ਕਨਵ ਵੰਸ਼, ਸੁੰਗ ਵੰਸ਼। ਇਹਨਾਂ ਦੇ ਵਿੱਚੋਂ ਇੰਪੋਰਟੈਂਟ ਜਿਹੜੇ ਹੈਗੇ ਆ MCQs ਬਣਦੇ ਨੇ, ਉਹ ਤੁਹਾਡੇ ਲਈ ਲੈ ਕੇ ਆਏ ਆ। ਸੋ ਜਿਹੜੇ ਦੋਸਤ ਆਪਣੇ ਚੈਨਲ 'ਤੇ ਨਵੇਂ ਨੇ, ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪਲੀਜ਼। ਅਤੇ ਆਪਾਂ ਨੋਟਸਾਂ ਬਾਰੇ ਤੁਹਾਨੂੰ ਅਨਾਊਂਸਮੈਂਟ ਕਰ ਚੁੱਕੇ ਹਾਂ, ਉਹ ਤੁਸੀਂ ਲੈ ਸਕਦੇ ਹੋ। ਆਪਣੀ ਪਿਛਲੀ ਵੀਡੀਓ ਦੇ ਵਿੱਚ ਦੇਖ ਸਕਦੇ ਹੋ। ਅਨਾਊਂਸਮੈਂਟ ਦੇ ਵਿੱਚ ਤੁਹਾਨੂੰ ਸਾਰੀ ਗੱਲਬਾਤ ਨੋਟ ਕਰਵਾਈ ਹੋਈ ਹੈ, ਡੈਮੋ ਵੀਡੀਓ ਵੀ ਪਾਈ ਹੋਈ ਹੈ। ਸੋ ਜ਼ਿਆਦਾ ਸਮਾਂ ਨਾ ਖਰਾਬ ਕਰੀਏ, ਸ਼ੁਰੂ ਕਰੀਏ। ਪਹਿਲਾ ਪ੍ਰਸ਼ਨ ਜੀ, ਕੁਸ਼ਾਣ ਵੰਸ਼ ਦਾ ਸੰਸਥਾਪਕ ਕੌਣ ਸੀ? ਕਨਿਸ਼ਕ, ਬਿਮ ਕੈਡਫਿਸਿਸ ਸੀ, ਕੈਜੂਅਲ ਕੈਡਫਿਸਿਸ, ਹੁਬਿਸਿਕ। ਸੋ ਇਹਨਾਂ ਦੇ ਵਿੱਚੋਂ ਕਿਹੜਾ ਸੀਗਾ ਜਿਹੜਾ ਕੁਸ਼ਾਣ ਵੰਸ਼ ਦਾ ਸੰਸਥਾਪਕ ਸੀ? ਕਿਹੜਾ ਰਾਜਾ ਸੀ ਜਿਹਨੇ ਕੁਸ਼ਾਣ ਵੰਸ਼ ਦੀ ਸਥਾਪਨਾ ਕੀਤੀ? ਸੋ ਦੋਸਤੋ ਇਹ ਸੀਗਾ ਕੈਜੂਅਲ ਕੈਡਫਿਸਿਸ ਸੀਗਾ। ਆਪਸ਼ਨ ਨੰਬਰ 3 ਸਹੀ ਆ। ਇਸ ਨੇ ਕੁਸ਼ਾਣ ਵੰਸ਼ ਦੀ ਸਥਾਪਨਾ ਕੀਤੀ ਸੀ। ਕੁਸ਼ਾਣ ਵੰਸ਼ ਨੂੰ ਇਹ ਅੱਗੇ ਲੈ ਕੇ ਗਿਆ ਸੀਗਾ। ਸੋ ਇਹਦੇ ਵਿੱਚ ਕਨਿਸ਼ਕ ਵਗੈਰਾ ਹੋਰ ਕਈ ਰਾਜੇ ਮਹਾਨ ਹੋਏ ਨੇ, ਸੋ ਉਹਨਾਂ ਦੀ ਵੀ ਆਪਾਂ ਗੱਲਬਾਤ ਕਰਾਂਗੇ। ਅਤੇ ਇਹਦਾ ਨਾ ਸਮਾਂ ਜਿਹੜਾ ਹੈਗਾ ਸੀ, ਇਹਨੇ ਸ਼ੁਰੂਆਤ ਕੀਤੀ ਸੀ ਇਹਦੀ ਕੁਸ਼ਾਣ ਵੰਸ਼ ਦੀ 45 ਈਸਵੀ ਤੋਂ। 45 ਅੱਗੇ ਤਾਂ ਈਸਾ ਪੂਰਵ ਪੜ੍ਹਦੇ ਹੁੰਦੇ ਸੀ, ਇਹ ਵੀ ਧਿਆਨ 'ਚ ਰੱਖਿਓ। ਹੁਣ ਆਪਾਂ ਈਸਵੀ 'ਤੇ ਆ ਗਏ। ਪਹਿਲਾਂ ਆਪਾਂ ਈਸਾ ਪੂਰਵ ਪੜ੍ਹਦੇ ਹੁੰਦੇ ਸੀ, BC। ਪਹਿਲਾਂ BC ਲਿਖਿਆ, BC ਹੁੰਦਾ ਸੀਗਾ ਜਿਵੇਂ ਹੈ ਨਾ, ਬਿਫੋਰ ਕ੍ਰਿਸਟ। ਅਤੇ ਹੁਣ ਇਹਨੂੰ BC ਨੂੰ BCE ਲਿਖਣ ਲੱਗ ਗਏ, ਬਿਫੋਰ ਕਾਮਨ ਏਰਾ, ਹੈ ਨਾ, ਇੱਦਾਂ ਲਿਖਣ ਲੱਗ ਗਏ। ਤੁਸੀਂ ਸਮਝਦੇ ਹੋ ਸਾਰਾ। ਅਤੇ 45 ਈਸਵੀ ਤੋਂ ਲੈ ਕੇ ਇਹਦਾ 78 ਈਸਵੀ ਤੱਕ ਦਾ ਸਮਾਂ ਸੀ ਦੋਸਤੋ। ਸੋ ਕੁਸ਼ਾਣ ਵੰਸ਼ ਦਾ ਸੰਸਥਾਪਕ ਸੀਗਾ ਕੈਜੂਅਲ ਕੈਡਫਿਸਿਸ, ਜਿਹਨੇ ਨੇ ਰਾਜ ਕੀਤਾ ਸੀਗਾ 45 ਈਸਵੀ ਤੋਂ 78 ਈਸਵੀ ਦੇ ਦਰਮਿਆਨ। ਸੋ ਅਗਲਾ ਪ੍ਰਸ਼ਨ ਕਰਦੇ ਹਾਂ 2 ਨੰਬਰ ਜੀ। ਕੈਜੂਅਲ ਕੈਡਫਿਸਿਸ ਤੋਂ ਬਾਅਦ ਕਿਹੜਾ ਕੁਸ਼ਾਣ ਸ਼ਾਸਕ ਬਣਿਆ? ਸੋ ਉਸ ਤੋਂ ਬਾਅਦ 78 ਤੋਂ ਬਾਅਦ ਕਿਹਨੇ ਬਾਂਗਡੋਰ ਸੰਭਾਲੀ ਸੀਗੀ? ਸੋ ਇਹ ਬਾਂਗਡੋਰ ਸੰਭਾਲਣ ਵਾਲਾ ਸੀ ਜਿਹੜਾ 78 ਤੋਂ 110 ਈਸਵੀ ਤੱਕ ਇਸ ਨੇ ਰਾਜ ਕੀਤਾ। ਕਿਹੜਾ ਸੀ ਉਹ? ਕਨਿਸ਼ਕ, ਬਿਮ ਕੈਡਫਿਸਿਸ, ਕੈਜੂਅਲ ਫੈਡਸਿਸ, ਹੁਬਿਸਿਕ। ਸੋ ਇਹ ਸੀ ਬਿਮ। ਆਪਸ਼ਨ ਨੰਬਰ 2 ਸਹੀ ਆ। ਬਿਮ ਕੈਡਫਿਸਿਸ ਇਹਨੇ ਮਤਲਬ 78 ਤੋਂ ਲੈ ਕੇ 110 ਈਸਵੀ ਤੱਕ ਮਤਲਬ ਸ਼ਾਸਨ ਕੀਤਾ ਸੀ। ਇਹ ਮਹਾਨ ਸ਼ਾਸਕ ਸੀਗਾ, ਕੁਸ਼ਾਣ ਵੰਸ਼ ਦਾ ਮਹਾਨ ਰਾਜਾ ਸੀ ਇਹ। ਸੋ ਇਹ ਬੰਦੇ ਦੀ ਨਾ ਇੱਕ ਗੱਲ ਬੜੀ ਮਸ਼ਹੂਰ ਹੈ, ਇਹਨੇ ਚੀਨੀ ਰਾਜੇ ਨਾਲ ਮਤਲਬ ਯੁੱਧ ਕੀਤਾ ਸੀ। ਚੀਨੀ ਰਾਜੇ ਦਾ ਨਾਂ ਸੀਗਾ, ਚੀਨੀ ਸੈਨਾਪਤੀ ਕਹਿ ਸਕਦੇ ਆ, ਪਾਣਚਾਊ। ਪਾਣਚਾਊ ਸੀਗਾ, ਉਹਦੇ ਨਾਲ ਇਹਨੇ ਯੁੱਧ ਕੀਤਾ, ਯੁੱਧ ਲੜਿਆ ਅਤੇ ਮਤਲਬ ਯੁੱਧ ਜਿੱਤਿਆ ਵੀ ਸੀਗਾ। ਸੋ ਆਪਸ਼ਨ ਨੰਬਰ 2 ਸਹੀ ਹੈ ਜੀ। ਅਤੇ 3 ਨੰਬਰ ਪ੍ਰਸ਼ਨ ਕਰਦੇ ਹਾਂ, ਕੁਸ਼ਾਣ ਵੰਸ਼ ਦਾ ਸਭ ਤੋਂ ਮਹਾਨ ਸ਼ਾਸਕ ਕੌਣ ਸੀ? ਇਹ ਪ੍ਰਸ਼ਨ ਬਹੁਤ ਜ਼ਿਆਦਾ ਮਹੱਤਵਪੂਰਨ ਆ। ਕੁਸ਼ਾਣ ਵੰਸ਼ ਦਾ ਸਭ ਤੋਂ ਮਹਾਨ ਰਾਜਾ ਇਹ ਕਨਿਸ਼ਕ ਸੀਗਾ। ਆਪਾਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਇਹਦੇ ਬਾਰੇ। ਸੋ ਕਨਿਸ਼ਕ ਨਾ ਇਹਦਾ ਸਮਾਂ ਜਿਹੜਾ ਮਤਲਬ ਵੱਖ-ਵੱਖ ਵਿਦਵਾਨਾਂ ਨੇ ਨਾ ਅਲੱਗ-ਅਲੱਗ ਇਹਦਾ ਮਤਲਬ ਸਮਾਂ ਦੱਸਿਆ ਹੋਇਆ, ਪਰ ਡਾਕਟਰ ਸਮਿਥ ਨੇ ਜਿਹੜੇ, ਉਹਨਾਂ ਦੇ ਅਨੁਸਾਰ ਇਹਦਾ ਸਮਾਂ ਜਿਹੜਾ ਦੱਸਿਆ ਹੋਇਆ ਉਹ ਹੈਗਾ ਗਾ ਜੀ 120 ਈਸਵੀ ਤੋਂ 162 ਈਸਵੀ। ਸੋ ਇਹ ਸਮਾਂ ਮਤਲਬ ਡਾਕਟਰ ਸਮਿਥ ਜਿਹੜੇ ਵਿਦਵਾਨ ਹੋਏ ਨੇ ਉਹਨਾਂ ਦੇ ਅਨੁਸਾਰ ਦੱਸਿਆ ਹੋਇਆ, ਅਤੇ ਇਹੀ ਚੱਲਦਾ ਜ਼ਿਆਦਾਤਰ। ਪੰਜਾਬ ਦੇ ਜਿਹੜਾ ਸਿਲੇਬਸ ਆ ਉਹਦੇ ਮੁਤਾਬਕ ਇਹ ਸਹੀ ਆ। ਸੋ ਕਨਿਸ਼ਕ ਮਹਾਨ ਹੈਗਾ ਸੀਗਾ ਜਿਹੜਾ ਰਾਜਾ ਸੀ, ਅਤੇ ਉਹਦਾ ਸਮਾਂ ਇਹ 120 ਤੋਂ 162 ਹੈ ਜੀ, ਕੁਸ਼ਾਣ ਵੰਸ਼ ਦਾ। ਆਪਸ਼ਨ ਨੰਬਰ 1 ਸਹੀ ਹੈ ਪ੍ਰਸ਼ਨ ਦੇ ਅਨੁਸਾਰ। 4 ਨੰਬਰ ਪ੍ਰਸ਼ਨ ਕਰਦੇ ਹਾਂ, ਸ਼ਕ ਸੰਮਤ ਦੀ ਸ਼ੁਰੂਆਤ ਕਦੋਂ ਹੋਈ? 58 ਈਸਾ ਪੂਰਵ, 68 ਈਸਾ ਪੂਰਵ, 78 ਈਸਾ ਪੂਰਵ, 99 ਈਸਾ ਪੂਰਵ। ਸੋ ਸ਼ਕ ਸੰਮਤ ਦੀ ਸ਼ੁਰੂਆਤ ਹੋਈ ਸੀ ਜੀ 78 ਈਸਾ ਪੂਰਵ ਦੇ ਵਿੱਚ। ਇਹ ਸੌਰੀ ਥੋੜ੍ਹਾ ਈਸਾ ਪੂਰਵ ਨਹੀਂ ਲਿਖਣਾ ਆਪਾਂ ਇੱਥੇ, ਇਹੀ ਗਲਤੀ ਹੋ ਜਾਂਦੀ ਹੈ। ਦੇਖੋ ਈਸਵੀ ਦੇ ਵਿੱਚ, ਈਸਵੀ ਦੇ ਵਿੱਚ ਹੋਈ ਸੀ 78 ਦੇ ਵਿੱਚ। ਸੋ ਇਹ ਧਿਆਨ 'ਚ ਰੱਖਿਓ, ਕੁਸ਼ਾਣ ਵੰਸ਼ ਦੇ ਵਿੱਚ ਇਹ ਸ਼ੁਰੂਆਤ ਹੋਈ ਸੀਗੀ 78 ਈਸਵੀ ਦੇ ਵਿੱਚ। ਇਹ ਭਾਰਤ ਦੇ ਰਾਸ਼ਟਰੀ ਸੰਮਤ ਦੇ ਤੌਰ 'ਤੇ ਵੀ ਇਹਨੂੰ ਜਾਣਿਆ ਜਾਂਦਾ ਹੈਗਾ, ਸ਼ਕ ਸੰਮਤ ਨੂੰ। ਆਪਸ਼ਨ ਨੰਬਰ 3 ਸਹੀ ਹੈ ਜੀ। ਕਨਿਸ਼ਕ ਦਾ ਸ਼ਾਸਨ ਕਾਲ ਦੱਸੋ? ਇਹ ਆਪਾਂ ਪਹਿਲਾਂ ਦੱਸ ਚੁੱਕੇ ਹਾਂ ਤੁਹਾਨੂੰ ਪ੍ਰਸ਼ਨ। 120 ਤੋਂ 162 ਈਸਵੀ ਤੱਕ। ਆਪਸ਼ਨ ਨੰਬਰ 1 ਸਹੀ ਹੈ ਜੀ। 6 ਨੰਬਰ ਪ੍ਰਸ਼ਨ ਕਰਦੇ ਹਾਂ, ਕਨਿਸ਼ਕ ਨੇ ਕਿਸ ਦੇ ਪ੍ਰਭਾਵ ਅਧੀਨ ਬੁੱਧ ਧਰਮ ਸਵੀਕਾਰ ਕੀਤਾ?
ਵਿਸ਼ੂਮਿੱਤਰ, ਮੋਗਲੀ ਪੁੱਤ ਤਿਸ਼, ਅਸ਼ਵਕੋਸ਼, ਨਾਗਾਰਜੁਨ। ਸੋ ਕਨਿਸ਼ਕ ਸੀ ਜਿਹੜਾ ਉਹਨੇ ਨਾ ਬੁੱਧ ਧਰਮ ਅਪਣਾ ਲਿਆ ਸੀ, ਪਰ ਉਹਦੇ ਉੱਤੇ ਕਿਹਦਾ ਪ੍ਰਭਾਵ ਸੀ ਕਿ ਉਹਨੂੰ ਬੁੱਧ ਧਰਮ ਅਪਣਾਉਣ ਲਈ ਉਹਨੇ ਮਤਲਬ ਮਜਬੂਰ ਜਾਂ ਮਤਲਬ ਪ੍ਰੇਰਿਤ ਕੀਤਾ। ਸੋ ਨਾ ਇੱਕ ਕਨਿਸ਼ਕ ਦਾ ਦਰਬਾਰੀ ਕਵੀ ਸੀਗਾ ਅਸ਼ਵਕੋਸ਼। ਅਸ਼ਵਕੋਸ਼ ਸੀ, ਪਹਿਲਾਂ ਵੀ ਇਹਦੇ ਬਾਰੇ ਆਪਾਂ ਤੁਹਾਨੂੰ ਪੜ੍ਹਾਇਆ ਹੋਇਆ। ਅਸ਼ਵਕੋਸ਼ ਇਹਦੇ ਮਤਲਬ ਪ੍ਰਭਾਵ ਹੇਠ ਆਪਸ਼ਨ ਨੰਬਰ 3 ਲਿਖੇ ਪਿਆ ਆਪਾਂ ਇੱਥੇ। ਸੋ ਅਸ਼ਵਕੋਸ਼ ਦੇ ਪ੍ਰਭਾਵ ਦੇ ਕਾਰਨ ਮਤਲਬ ਬੁੱਧ ਧਰਮ ਉਹਨੇ ਅਪਣਾ ਲਿਆ ਸੀ। ਅਸ਼ਵਕੋਸ਼ ਅਸਲ ਦੇ ਵਿੱਚ ਇਹਨੇ ਨਾ ਕਨਿਸ਼ਕ ਨੇ ਮਗਧ ਤੇ ਹਮਲਾ ਕੀਤਾ ਸੀ ਇੱਕ ਵਾਰ। ਮਗਧ ਤੇ ਜਿਹੜਾ ਮਗਧ ਦਾ ਰਾਜਾ ਸੀ ਉੱਥੋਂ ਦਾ ਇਹ ਦਰਬਾਰੀ ਹੁੰਦਾ ਸੀਗਾ ਅਸ਼ਵਕੋਸ਼, ਤੇ ਉੱਥੋਂ ਇਹ ਅਸ਼ਵਕੋਸ਼ ਨੂੰ ਆਪਣੇ ਨਾਲ ਲਿਆਇਆ ਸੀ ਕਨਿਸ਼ਕ, ਤੇ ਉਹਦੇ ਉਹ ਬੁੱਧ ਧਰਮ ਨੂੰ ਮੰਨਦਾ ਹੁੰਦਾ ਸੀ ਦੇਖੋ। ਤੇ ਅਸ਼ਵਕੋਸ਼ ਨੇ ਫਿਰ ਬੁੱਧ ਧਰਮ ਦੇ ਵਿੱਚ ਇਹਦਾ ਪ੍ਰਵੇਸ਼ ਕਰਵਾਇਆ ਸੀਗਾ ਕਨਿਸ਼ਕ ਦਾ। ਇਹਨੂੰ ਨਾ ਅਸ਼ਵਕੋਸ਼ ਨੂੰ ਬੁੱਧ ਦਾ ਭਖਿਆ ਹੋਇਆ ਮਤਲਬ ਕਰਮ ਮੰਡਲ ਵੀ ਬੋਲਿਆ ਜਾਂਦਾ। ਸੋ ਇਹ ਧਿਆਨ ਚ ਰੱਖਿਓ। ਆਪਸ਼ਨ ਨੰਬਰ 3 ਸਹੀ ਹੈ ਪ੍ਰਸ਼ਨ ਦੇ ਅਨੁਸਾਰ। 7 ਨੰਬਰ ਪ੍ਰਸ਼ਨ, ਚੌਥੀ ਬੋਧੀ ਮਹਾਸਭਾ ਕਿੱਥੇ ਬੁਲਾਈ ਗਈ? ਸੋ ਪਿਛਲਾ ਲੈਕਚਰ ਸੀ ਨਾ ਜਿਹੜਾ ਆਪਣਾ ਬੁੱਧ ਧਰਮ ਵਾਲਾ, ਉਹਦੇ ਵਿੱਚ ਆਪਾਂ 3 ਬੋਧੀ ਸਭਾਵਾਂ ਦਾ ਜ਼ਿਕਰ ਕਰ ਦਿੱਤਾ ਸੀ ਪ੍ਰੋਪਰ ਵਧੀਆ ਤਰੀਕੇ ਨਾਲ। 4 ਬੋਧੀ ਸਭਾਵਾਂ ਹੋਈਆਂ ਨੇ। ਚਾਰਾਂ ਬਾਰੇ ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਹੋਣਾ ਚਾਹੀਦਾ। 4 ਦਾ ਡੇਟ, 4 ਕਿਹਨੇ ਬੁਲਾਈਆਂ, 4 ਦੇ ਵਿੱਚ ਪ੍ਰਧਾਨ ਕੌਣ ਕੌਣ ਸੀ। ਹੁਣ ਚੌਥੀ ਬੋਧੀ ਮਹਾਸਭਾ ਜਿਹੜੀ ਬੁਲਾਈ ਗਈ ਸੀ ਕਸ਼ਮੀਰ ਦੇ ਵਿੱਚ ਬੁਲਾਈ ਗਈ ਸੀ ਕਨਿਸ਼ਕ ਦੁਆਰਾ। ਇਹ ਤੁਹਾਨੂੰ ਪਤਾ ਲੱਗ ਗਿਆ ਦੇਖੋ, ਕਨਿਸ਼ਕ ਦੇ ਦੁਆਰਾ ਬੁਲਾਈ ਸੀ। ਇਹਦੇ ਵਿੱਚ ਪ੍ਰਧਾਨ ਸੀ ਜਿਹੜਾ ਉਹ ਸੀਗਾ ਵਿਸ਼ੂਮਿੱਤਰ। ਵਿਸ਼ੂਮਿੱਤਰ ਸੀ ਪ੍ਰਧਾਨ, ਤੇ ਜਿਹੜਾ ਅਸ਼ਵਕੋਸ਼ ਸੀ ਉਹ ਉਪ ਪ੍ਰਧਾਨ ਸੀਗਾ। ਅਸ਼ਵਕੋਸ਼ ਇਹਨਾਂ ਦੇ ਲੇਖ ਰਚਨਾਵਾਂ ਵੀ ਲਿਖੀਆਂ ਹੋਈਆਂ ਨੇ। ਵਿਸ਼ੂਮਿੱਤਰ ਦਾ ਆਪਾਂ ਤੁਹਾਨੂੰ ਪਹਿਲਾਂ ਵੀ ਪੜ੍ਹਾਇਆ ਹੋਇਆ, ਮਹਾਵਿਭਾਸ ਲਿਖਿਆ ਸੀ ਇਹਨੇ, ਤੇ ਅਸ਼ਵਕੋਸ਼ ਨੇ ਲਿਖਿਆ ਸੀ ਬੁੱਧ ਚਰਿਤ। ਸੋ ਇਹ ਤੁਸੀਂ ਧਿਆਨ ਚ ਰੱਖਿਓ। ਆਪਸ਼ਨ ਨੰਬਰ 3 ਸਹੀ ਹੈ ਜੀ। 8 ਨੰਬਰ ਪ੍ਰਸ਼ਨ, ਚੌਥੀ ਬੋਧੀ ਮਹਾਸਭਾ ਦੁਆਰਾ ਰਚੇ ਗਏ ਗ੍ਰੰਥ ਮਹਾਵਿਭਾਸ ਦੀ ਭਾਸ਼ਾ ਕਿਹੜੀ ਹੈ? ਪਾਲੀ, ਸੰਸਕ੍ਰਿਤ, ਅਰਬੀ ਜਾਂ ਫਾਰਸੀ। ਸੋ ਦੋਸਤੋ ਇਹ ਪ੍ਰਸ਼ਨ ਨਾ ਜੇ ਤੁਸੀਂ ਮੇਰੇ ਪੁਰਾਣੇ ਲੈਕਚਰ ਮਤਲਬ ਜਿਹੜੇ ਇਦੋਂ ਪਹਿਲਾਂ 5 ਲੈਕਚਰ ਆਪਾਂ ਲਾ ਦਿੱਤੇ ਆ ਉਹ ਸੁਣੇ ਹੋਣਗੇ ਤਾਂ ਤੁਸੀਂ ਇਹਦਾ ਉੱਤਰ ਆਪਣੇ ਆਪ ਕੱਢ ਸਕਦੇ ਹੋ। ਕਿਉਂਕਿ ਮੈਂ ਤੁਹਾਨੂੰ ਦੱਸਿਆ ਸੀ ਵੀ ਜਿਹੜੀਆਂ 4 ਸਭਾਵਾਂ ਹੋਈਆਂ ਨੇ ਬੋਧੀ ਸਭਾਵਾਂ, ਇਹਨਾਂ ਦੇ ਵਿੱਚੋਂ ਜਿਹੜੀਆਂ 3 ਸੀ ਪਹਿਲੀਆਂ, ਉਹਦੇ ਵਿੱਚ ਜਿਹੜੇ ਗ੍ਰੰਥ ਲਿਖੇ ਗਏ ਸੀ ਉਹ ਸਾਰੇ ਪਾਲੀ ਦੇ ਵਿੱਚ ਲਿਖੇ ਗਏ ਸੀ। ਜਿਹੜੀ ਚੌਥੀ ਦੇ ਵਿੱਚ ਲਿਖੇ ਗਏ ਸੀ ਜਾਂ ਜਿਹੜੇ ਉਦੋਂ ਬਾਅਦ ਲਿਖੇ ਆ ਉਹ ਸੰਸਕ੍ਰਿਤ 'ਚ ਲਿਖੇ ਗਏ ਆ। ਇਹ ਹੁਣ ਚੌਥੀ ਬੋਧੀ ਸਭਾ ਦੀ ਗੱਲ ਕਰ ਰਹੇ ਆ, ਤਾਂ ਇੱਥੇ ਕਲੀਅਰ ਹੋ ਜਾਂਦੀ ਹੈ ਗੱਲ ਵੀ ਆਪਸ਼ਨ ਨੰਬਰ 2 ਟਿਕ ਕਰਾਂਗੇ ਆਪਾਂ। ਆਪਸ਼ਨ ਨੰਬਰ 2 ਸਹੀ ਹੈ। ਸੰਸਕ੍ਰਿਤ ਭਾਸ਼ਾ ਦੇ ਵਿੱਚ ਲਿਖਿਆ ਗਿਆ ਚੌਥੀ ਬੋਧੀ ਮਹਾਸਭਾ ਦੁਆਰਾ ਰਚੇ ਗਏ ਗ੍ਰੰਥ ਮਹਾਵਿਭਾਸ ਦੀ ਭਾਸ਼ਾ ਜਿਹੜੀ ਆ ਉਹ ਸੰਸਕ੍ਰਿਤ ਹੈ ਜੀ। ਆਪਸ਼ਨ ਨੰਬਰ 2 ਸਹੀ ਹੈ ਜੀ। 9 ਨੰਬਰ ਪ੍ਰਸ਼ਨ, ਕੁਸ਼ਾਨ ਵੰਸ਼ ਦਾ ਅੰਤਮ ਮਹਾਨ ਸ਼ਾਸਕ ਕੌਣ ਸੀ? ਵਾਸੂਦੇਵ, ਵਿਸ਼ਿਸ਼ਿਕ, ਹੂਵਿਸ਼ਕ, ਨਾਗਾਰਜੁਨ। ਸੋ 9 ਨੰਬਰ ਪ੍ਰਸ਼ਨ ਦੇ ਅਨੁਸਾਰ ਇਹਦਾ ਉੱਤਰ ਹੈਗਾ ਜੀ ਵਾਸੂਦੇਵ। ਕੁਸ਼ਾਨ ਵੰਸ਼ ਦਾ ਅੰਤਮ ਮਹਾਨ ਸ਼ਾਸਕ ਸੀ ਜਿਹੜਾ ਵਾਸੂਦੇਵ ਸੀਗਾ। 10 ਨੰਬਰ ਪ੍ਰਸ਼ਨ, ਨਾਗਾ ਅਰਜੁਨ ਕਨਿਸ਼ਕ ਦਾ ਉੱਗਾ ਡੈਸ਼ ਸੀ। ਮਤਲਬ ਜਿਹੜਾ ਨਾਗਾ ਅਰਜੁਨ ਸੀਗਾ ਇਹ ਕਲੀਅਰ ਹੈਗੀ ਸੀ ਗੱਲ ਵੀ ਉਹ ਕਨਿਸ਼ਕ ਦੇ ਦਰਬਾਰ ਦੇ ਵਿੱਚ ਰਹਿੰਦਾ ਸੀ, ਪਰ ਉਹ ਨਾਟਕਕਾਰ ਦੇ ਤੌਰ ਤੇ ਸੀ, ਫਿਲਾਸਫਰ ਦੇ ਤੌਰ ਤੇ, ਸੰਗੀਤਕਾਰ ਜਾਂ ਸੈਨਾਪਤੀ। ਸੋ ਕਿਹੜੀ ਆਪਸ਼ਨ ਆਪਾਂ ਟਿਕ ਕਰਾਂਗੇ? ਆਪਸ਼ਨ ਨੰਬਰ 2। ਉਹ ਫਿਲਾਸਫਰ ਸੀਗਾ ਇੱਕ ਤਰ੍ਹਾਂ ਦਾ। ਨਾਗਾ ਅਰਜੁਨ ਕਨਿਸ਼ਕ ਦੇ ਦਰਬਾਰ ਦੇ ਵਿੱਚ ਰਹਿੰਦਾ ਸੀ ਉਹ। 11 ਨੰਬਰ ਪ੍ਰਸ਼ਨ, ਇੰਡੋ ਗ੍ਰੀਕ ਸ਼ਾਸਕ ਮਨਿੰਦਰ ਦੀ ਜੀਵਨੀ ਮਲਿੰਦ ਪਨੋਹ ਦਾ ਲੇਖ ਕੌਣ ਹੈ? ਸੋ ਦੋਸਤੋ ਜਿਹੜੇ ਇੰਡੋ ਗ੍ਰੀਕ ਸੀ ਨਾ ਜਿਹੜੇ ਸਭ ਤੋਂ ਇਹਨਾਂ ਦੇ ਬਾਰੇ 'ਚ ਨਾ ਸਭ ਤੋਂ ਵੱਡੀ ਗੱਲ ਜਾਂ ਮਹਾਨ ਗੱਲ ਇਹ ਮੰਨੀ ਜਾਂਦੀ ਹੈ ਇੰਡੋ ਗ੍ਰੀਕ ਸ਼ਾਸਕ ਸੀ ਜਿਹੜੇ ਜਿੰਨੇ ਵੀ ਸੀਗੇ ਵੀ ਜਿਹੜੇ ਸੋਨੇ ਦੇ ਸਿੱਕੇ ਸਿਲਾਏ ਸੀ ਭਾਰਤ ਦੇ ਵਿੱਚ ਸਭ ਤੋਂ ਪਹਿਲਾਂ ਪ੍ਰਚਲਿਤ ਕੀਤੇ ਸੀ ਉਹ ਇਹਨਾਂ ਨੇ ਕੀਤੇ ਸੀ। ਸੋ ਗੱਲ ਨੂੰ ਸਮਝਿਓ, ਸੋਨੇ ਦੇ ਸਿੱਕੇ ਭਾਰਤ ਦੇ ਵਿੱਚ ਲਿਆਉਣ ਵਾਲੇ ਇਨਸਾਨ ਸੀ ਜਿਹੜੇ ਪ੍ਰਚਲਿਤ ਕਰਨ ਵਾਲੇ ਸੀ ਉਹ ਇੰਡੋ ਗ੍ਰੀਕ ਸ਼ਾਸਕ ਸੀਗੇ ਇਹ ਸਾਰੇ। ਸੋ ਇਹਨਾਂ ਦੇ ਬਾਰੇ ਇਹ ਗੱਲ ਜ਼ਿਆਦਾ ਬੋਲੀ ਜਾਂਦੀ ਹੈ। ਹੁਣ ਪ੍ਰਸ਼ਨ ਦੇ ਵਿੱਚ ਪੁੱਛਿਆ ਗਿਆ ਵੀ ਜਿਹੜਾ ਮਨਿੰਦਰ ਸੀਗਾ ਇਹਨਾਂ ਦਾ ਰਾਜਾ, ਉਹਦੀ ਜੀਵਨੀ ਦਾ ਨਾਂ ਸੀ ਮਲਿੰਦ ਪਨੋਹ। ਉਹਦਾ ਲੇਖਕ ਕੌਣ ਸੀ? ਨਾਗਸੇਨ, ਬ੍ਰਹਮ ਮਿਹਰ, ਨਾਗਾ ਅਰਜੁਨ ਜਾਂ ਵਾਸੂਦੇਵ। ਸੋ ਨਾਗਸੇਨ ਸੀ। ਆਪਸ਼ਨ ਨੰਬਰ 1 ਸਹੀ ਹੈ ਜੀ। 12 ਨੰਬਰ ਪ੍ਰਸ਼ਨ, ਸੁੰਗ ਵੰਸ਼ ਦਾ ਸੰਸਥਾਪਕ ਕੌਣ ਸੀ? ਆਪਾਂ ਇਹ ਤਾਂ ਪਹਿਲਾਂ ਵੀ ਪ੍ਰਸ਼ਨ ਕਰਵਾਇਆ ਹੋਇਆ। ਪੁਸ਼ਯਮਿੱਤਰ ਸੁੰਗ ਮਤਲਬ ਜਦੋਂ ਮੌਰੀਆ ਵੰਸ਼ ਦਾ ਆਖਰੀ ਰਾਜਾ ਸੀ ਜਿਹੜਾ ਬ੍ਰਿਹਦਰਥ, ਉਹਦਾ ਇਹ ਸੈਨਾਪਤੀ ਹੁੰਦਾ ਸੀ। ਮੌਰੀਆ ਨੂੰ ਖਤਮ ਕਰਕੇ ਮਤਲਬ ਹੈ ਨਾ
ਮੌਰੀਆ ਦੇ ਆਖਰੀ ਰਾਜੇ ਬ੍ਰਿਹਦਰਥ ਨੂੰ ਖਤਮ ਕਰਕੇ ਉਹਨੂੰ ਮਾਰ ਕੇ, ਕਿਉਂਕਿ ਉਹਦਾ ਇਹ ਸੈਨਾਪਤੀ ਸੀ, ਉਹਨੂੰ ਮਾਰ ਕੇ ਨੇ ਸੁੰਗ ਵੰਸ਼ ਦੀ ਸਥਾਪਨਾ ਕੀਤੀ ਪੁਸ਼ਯਾਮਿੱਤਰ ਸੁੰਗ ਨੇ। ਆਪਸ਼ਨ ਨੰਬਰ 2 ਸਹੀ ਆ। ਸੋ ਆਪਣੀ ਲੜੀ ਜੁੜਦੀ ਆ ਰਹੀ ਹੈ। ਦੇਖੋ ਹੜੱਪਾ ਸੱਭਿਅਤਾ ਤੋਂ ਆਪਾਂ ਲੱਗੇ ਹੋਏ ਆ। ਹੜੱਪਾ ਸੱਭਿਅਤਾ ਹੋ ਗਿਆ, ਰਿਗਵੇਦਿਕ ਕਾਲ ਹੋ ਗਿਆ, ਜੈਨ ਧਰਮ, ਬੁੱਧ ਧਰਮ, ਮੌਰੀਆ ਕਾਲ, ਤੇ ਅੱਜ ਆਪਣਾ ਆਹ ਜਿਹੜੇ ਛੋਟੇ ਛੋਟੇ ਵੰਸ਼ ਨੇਗੇ, ਦੇਖੋ ਇਹ ਸੁੰਗ ਵੰਸ਼, ਕਨਵ ਵੰਸ਼, ਇਸ ਤਰ੍ਹਾਂ ਦੇ ਸਾਰੇ ਆਪਾਂ ਇਹ ਕਰ ਲਵਾਂਗੇ। ਤੇ ਅੱਗੇ ਆਪਾਂ ਗੁਪਤ ਸਾਮਰਾਜ ਕਰਾਂਗੇ, ਕਈ ਲੈਕਚਰ ਉਹਦੇ ਲਾਵਾਂਗੇ। ਲੜੀਵਾਰ ਚੱਲਾਂਗੇ ਜੀ। ਜਿਹੜੇ ਦੋਸਤਾਂ ਨੇ ਆਪਣੇ ਨੋਟਸ ਲਏ ਆ ਨਾ, ਇਹ ਸਾਰੇ ਪ੍ਰਸ਼ਨ ਜੇਕਰ ਉਹਨਾਂ ਨੇ ਨੋਟਸ ਪੜ੍ਹ ਲਏ ਹੋਏ 2-4 ਦਿਨਾਂ 'ਚ ਇੰਨੇ ਕੁ, ਤਾਂ ਇਹ ਸਾਰੇ ਪ੍ਰਸ਼ਨ ਉਹ ਆਪਣੇ ਆਪ ਵੀ ਉੱਤਰ ਦੇ ਸਕਦੇ ਆ। ਵੈਸੇ ਬਹੁਤ ਵਧੀਆ ਪ੍ਰਭਾਵ ਆ ਆਪਣੇ ਜਿਹੜੇ ਨੋਟਸ ਜਿੰਨਿਆਂ ਕੁ ਨੇ ਲਏ ਨੇ ਹਲੇ ਸਾਥੀਆਂ ਨੇ, ਬਹੁਤ ਦੇ ਫੋਨ ਵੀ ਆਉਂਦੇ ਆ, ਤੋ ਲੈ ਵੀ ਰਹੇ ਨੇ ਵੱਡੀ ਗਿਣਤੀ ਦੇ ਵਿੱਚ। ਵਧੀਆ ਸਾਰਿਆਂ ਦਾ ਰਿਸਪੌਂਸ ਮਿਲ ਰਿਹਾ। ਸਾਰੇ ਜਾਣੇ ਆਪਣੇ ਨੋਟਸ ਜ਼ਰੂਰ ਲਓ। ਸੋ ਸਿਰਫ 800 ਰੁਪਏ ਦੇ ਵਿੱਚ ਹੀ ਲੈ ਸਕਦੇ ਹੋ ਤੁਸੀਂ, ਕੋਈ ਜ਼ਿਆਦਾ ਆਪਾਂ ਕੀਮਤ ਨਹੀਂ ਰੱਖੀ। ਇਹ ਗਰੰਟੀ ਨਾਲ ਕਹਿੰਦੇ ਆਪਾਂ ਵੀ ਇਸ ਤਰ੍ਹਾਂ ਦੇ ਨੋਟਸ ਤੁਹਾਨੂੰ ਨਾ ਮਤਲਬ 5-7 ਹਜ਼ਾਰ 'ਚ ਵੀ ਨਹੀਂ ਮਿਲਦੇ ਕਿਤੋਂ, ਇਹ ਆਪਣੀ ਗਰੰਟੀ ਆ। ਸੋ ਆਪਸ਼ਨ ਨੰਬਰ 2 ਸਹੀ ਸੀ ਜੀ। 13 ਨੰਬਰ ਪ੍ਰਸ਼ਨ ਕਰਦੇ ਹਾਂ, ਮਿਲਿੰਦ ਪਨੋਹ ਕਿਸ ਭਾਸ਼ਾ ਦੀ ਰਚਨਾ ਹੈ? ਸੰਸਕ੍ਰਿਤ, ਪ੍ਰਕਿਰਤ, ਪਾਲੀ ਜਾਂ ਹਿੰਦੀ? ਸੋ ਇਹ ਕਿਹਦੀ ਮਤਲਬ ਹੈਗੀ ਆ ਜੀ? ਇਹ 3 ਨੰਬਰ ਆਪਸ਼ਨ ਸਹੀ ਹੈ, ਪਾਲੀ ਭਾਸ਼ਾ ਦੀ ਹੈਗੀ ਆ। ਆਪਸ਼ਨ ਨੰਬਰ 3 ਸਹੀ ਹੈ ਜੀ। 14 ਨੰਬਰ ਪ੍ਰਸ਼ਨ ਦੋਸਤੋ, ਸੁੰਗ ਵੰਸ਼ ਦੀ ਰਾਜਧਾਨੀ ਪੁਰਸਪੁਰ, ਵਿਦੇਸ਼ਾ, ਸ਼ਾਕਲ, ਅਨਹਿਲਵਾੜਾ? ਸੋ ਇਹ ਸੀ ਵਿਦੇਸ਼ਾ ਸੀਗੀ। ਸੁੰਗ ਵੰਸ਼ ਦੀ ਰਾਜਧਾਨੀ ਵਿਦੇਸ਼ਾ ਸੀ, ਇਹ ਆਪਾਂ ਵਿਦੇਸ਼ਾ ਦੇ ਤੌਰ ਤੇ ਜਾਣਦੇ ਹਾਂ। ਆਪਸ਼ਨ ਨੰਬਰ 2 ਸਹੀ ਹੈ ਜੀ। 15 ਨੰਬਰ ਪ੍ਰਸ਼ਨ, ਮਹਾਭਾਸ਼ਾ ਦਾ ਲੇਖਕ ਕੌਣ ਹੈ? ਪਾਣਿਨੀ, ਪਤੰਜਲੀ, ਚਰਕ ਜਾਂ ਨਾਗਾਰਜੁਨ? ਸੋ ਮਹਾਭਾਸ਼ਾ ਦਾ ਲੇਖਕ 15 ਨੰਬਰ ਪ੍ਰਸ਼ਨ ਦੇ ਅਨੁਸਾਰ ਆਪਸ਼ਨ ਨੰਬਰ 2 ਸਹੀ ਹੈ ਜੀ, ਪਤੰਜਲੀ ਲੇਖਕ ਦਾ ਲਿਖਿਆ ਹੋਇਆ ਮਹਾਭਾਸ਼ਾ ਜਿਹੜੀ ਰਚਨਾ ਹੈਗੀ ਆ, ਲੇਖਕ ਜਿਹੜਾ ਪਾਣਿਨੀ ਹੈ ਜਿਹੜਾ, ਇਹ ਵੀ ਬੜਾ ਮਸ਼ਹੂਰ ਹੈ ਜੀ। ਇਹਨੇ ਲਿਖੀ ਹੋਈ ਆ ਅਸ਼ਟਾਧਿਆਈ ਕਿਤਾਬ ਹੈ ਨਾ ਜਿਹੜੀ, ਉਹ ਇਹਦੀ ਲਿਖੀ ਹੋਈ ਆ ਪਾਣਿਨੀ ਦੀ, ਅਸ਼ਟਾਧਿਆਈ। ਤੇ ਜਿਹੜਾ ਚਰਕ ਸੀ ਇਹਨੇ ਲਿਖੀ ਸੀ ਚਰਕ ਸੰਹਿਤਾ। ਨਾਗਾਰਜੁਨ ਨੇ ਲਿਖੀ ਹੋਈ ਹੈ ਪਰਜਨਾਪਤ ਮਿੱਤਰ ਲਿਖੀ ਹੋਈ ਹੈ ਨਾਗਾਰਜੁਨ ਦੀ। ਸੋ ਪ੍ਰਸ਼ਨ ਦੇ ਅਨੁਸਾਰ ਆਪਸ਼ਨ ਨੰਬਰ 2 ਸਹੀ ਹੈ ਜੀ। 16 ਨੰਬਰ ਪ੍ਰਸ਼ਨ, ਕਨਵ ਵੰਸ਼ ਦਾ ਸੰਸਥਾਪਕ ਕੌਣ ਸੀ? ਵਾਸੂਦੇਵ, ਚਰਕ, ਨਾਗਸੇਨ, ਨਾਗਾਰਜੁਨ? ਸੋ ਕਨਵ ਵੰਸ਼ ਦਾ ਸੰਸਥਾਪਕ ਸੀਗਾ ਵਾਸੂਦੇਵ। ਆਪਸ਼ਨ ਨੰਬਰ 1 ਸਹੀ ਹੈ ਜੀ। 17 ਨੰਬਰ ਪ੍ਰਸ਼ਨ, ਸੁੰਗ ਵੰਸ਼ ਦਾ ਅੰਤਮ ਸ਼ਾਸਕ ਕੌਣ ਸੀ? ਦੇਖੋ ਇਹਦੀ ਸ਼ੁਰੂਆਤ ਕੀਤੀ ਸੀ ਪੁਸ਼ਯਾਮਿੱਤਰ ਸੁੰਗ ਨੇ। ਇਹਦਾ ਹੁਣ ਆਖਰੀ ਰਾਜਾ ਕਿਹੜਾ ਸੀ, ਇਹ ਪੁੱਛਿਆ ਗਿਆ 17 ਨੰਬਰ ਪ੍ਰਸ਼ਨ 'ਚ। ਦੇਵਭੂਤੀ, ਵਾਸੂਦੇਵ, ਚਾਰਨ, ਨਾਗਸੇਨ? ਸੋ ਦੇਵਭੂਤੀ ਸੀਗਾ ਜਿਹੜਾ ਇਹਦਾ ਆਖਰੀ ਰਾਜਾ ਸੀ ਸੁੰਗ ਵੰਸ਼ ਦਾ। ਸੁੰਗ ਵੰਸ਼ ਦੀ ਸ਼ੁਰੂਆਤ ਕੀਤੀ ਸੀ ਪੁਸ਼ਯਾਮਿੱਤਰ ਸੁੰਗ ਨੇ। ਸੋ 18 ਨੰਬਰ ਪ੍ਰਸ਼ਨ ਜੀ, ਸਾਤਵਾਹਨ ਵੰਸ਼ ਦਾ ਸੰਸਥਾਪਕ ਕੌਣ ਸੀ? ਪੁਸ਼ਯਾਮਿੱਤਰ ਸਿੰਘ, ਵਾਸੂਦੇਵ, ਸੀਮਕ, ਖਾਰਵੇਲ? ਸੋ ਇੱਥੇ ਦੇਖੋ ਆਪਸ਼ਨਾਂ, ਤੁਸੀਂ ਜੇਕਰ ਵਧੀਆ ਤਰੀਕੇ ਨਾਲ ਪੜ੍ਹੇ ਹੋਊਗਾ ਨਾ ਸਾਰਾ ਕੁਝ, ਤੁਸੀਂ ਆਪਸ਼ਨਾਂ ਨੂੰ ਕੱਟ ਵੀ ਸਕਦੇ ਹੋ। ਹੁਣ ਪੁਸ਼ਯਾਮਿੱਤਰ ਸਿੰਘ ਕੱਟਿਆ ਜਾ ਸਕਦਾ ਕਿਉਂਕਿ ਇਹਨੇ ਸੁੰਗ ਵੰਸ਼ ਦੀ ਸਥਾਪਨਾ ਕੀਤੀ ਸੀ। ਪੁੱਛਿਆ ਗਿਆ ਸਾਤਵਾਹਨ ਵੰਸ਼। ਵਾਸੂਦੇਵ ਵੀ ਨਹੀਂ ਇਹਦੇ ਵਿੱਚ ਆਉਂਦਾ ਦੇਖੋ ਹੈ ਨਾ, ਤੇ ਸੀਮਕ ਆਊਗਾ। ਆਪਸ਼ਨ ਨੰਬਰ 3 ਸਹੀ ਆ। ਸਾਤਵਾਹਨ ਵੰਸ਼ ਦੀ ਸਥਾਪਨਾ ਸੀ ਜਿਹੜੀ ਉਹ ਸੀਮਕ ਨੇ ਕੀਤੀ ਸੀ। ਸਾਤਵਾਹਨ ਵੰਸ਼ ਦੇ ਨਾ ਬਹੁਤ ਜ਼ਿਆਦਾ ਮਹਾਨ ਰਾਜੇ ਹੋਏ ਨੇ। ਇੱਕ ਰਾਜਾ ਹੋਇਆ ਇਹਦਾ ਗੌਤਮੀ ਪੁੱਤਰ ਸਾਤਕਰਨੀ, ਲਿਖ ਲਓ ਮਾੜਾ ਜਿਹਾ ਇਹਨੂੰ, ਗੌਤਮੀ ਪੁੱਤਰ, ਇਹਦੀ ਮਾਂ ਦਾ ਨਾਂ ਸੀ ਗੌਤਮੀ ਪੁੱਤਰ ਸਾਤਕਰਨੀ। ਇਹ ਤੇ ਫਿਲਮ ਵੀ ਬਣੀ ਹੋਈ ਆ, ਭਰ ਕੇ ਦੇਖ ਲਿਓ YouTube ਤੇ ਪਤਾ ਲੱਗ ਜੂਗਾ। ਇਹ ਬੜਾ ਮਹਾਨ ਰਾਜਾ ਰਿਹਾ ਹੋਇਆ ਸਾਤਵਾਹਨ ਵੰਸ਼ ਦਾ। ਇਹਦੇ ਨਾਲ ਸੰਬੰਧਿਤ ਪ੍ਰਸ਼ਨ ਪੁੱਛੇ ਜਾਂਦੇ ਨੇ। ਸੋ ਦੋਸਤੋ ਇਹ ਸੀ ਅੱਜ ਦਾ ਆਪਣਾ ਲੈਕਚਰ। 18 ਪ੍ਰਸ਼ਨ ਕਰਵਾਏ ਆਪਾਂ ਇਹ ਛੋਟੇ ਛੋਟੇ ਵੰਸ਼ ਦੇ ਨਾਲ ਸੰਬੰਧਿਤ। ਸੋ ਇੱਕ ਵਾਰੀ ਤੁਹਾਨੂੰ ਅਖੀਰ ਦੇ ਵਿੱਚ ਮੈਂ ਨੋਟ ਕਰਵਾ ਦੇਣਾ ਆਪਣੇ ਨੋਟਸਾਂ ਬਾਰੇ। 800 ਰੁਪਏ ਦੇ ਵਿੱਚ ਤੁਹਾਨੂੰ ਨੋਟਸ ਮਿਲਣਗੇ। ਤੁਹਾਨੂੰ PDF ਫਾਈਲਾਂ ਮਿਲਣਗੀਆਂ, ਤੁਹਾਡੇ WhatsApp ਨੰਬਰ 'ਤੇ ਭੇਜਾਂਗੇ ਆਪਾਂ ਸਾਰੇ ਤਰ੍ਹਾਂ ਦੀਆਂ PDF ਫਾਈਲਾਂ, ਜਿਹਦੇ ਵਿੱਚ SST ਵਿਸ਼ੇ ਦੇ ਨਾਲ ਸੰਬੰਧਿਤ, ਮਾਸਟਰ ਕੇਡਰ SST ਦੇ ਨਾਲ ਸੰਬੰਧਿਤ ਹੈਗੇ ਨੇ ਨੋਟਸ ਤਿਆਰ ਕੀਤੇ ਹੋਏ। ਇੱਕ ਤਾਂ ਗੱਲ ਹੈ ਵੀ ਸਾਰੇ ਟਾਈਪ ਕੀਤੇ ਹੋਏ ਨੇ, ਇੱਕ ਵੀ ਅੱਖਰ ਲਿਖਤੀ ਵੈਸੇ ਨਹੀਂ ਹੈਗਾ, ਹੱਥ ਨਾਲ ਲਿਖਿਆ ਹੋਇਆ, ਸਾਰੇ ਟਾਈਪ ਕੀਤੇ ਆ। ਦੂਸਰੀ ਗੱਲ ਇਹਦੇ ਵਿੱਚ ਹਿਸਟਰੀ ਆ ਅਤੇ ਪੋਲੀਟੀਕਲ ਸਾਇੰਸ ਆ। ਅਤੇ ਇਹ ਤੁਸੀਂ ਸਾਨੂੰ ਪੇਮੈਂਟ ਕਰਨੀ ਹੈ 94,645 94,886।
ਇਸ ਨੰਬਰ ਤੇ ਤੁਸੀਂ ਸਾਨੂੰ ਪੇਮੈਂਟ ਕਰਨੀ ਹੈ। ਦੁਬਾਰੇ ਨੰਬਰ ਬੋਲ ਦਿੰਨੇ ਆ 94 645 94 886। ਇਹ ਤੇ ਪੇਮੈਂਟ ਕਰਨੀ ਹੈ ਨੈੱਟ ਬੈਂਕਿੰਗ ਰਾਹੀਂ, ਚਾਹੇ ਤਾਂ ਫੋਨਪੇ ਕਰ ਦਿਓ, ਪੇਟੀਐਮ ਕਰ ਦਿਓ, ਗੂਗਲ ਪੇ ਕਰ ਦਿਓ। ਉਸ ਦਾ ਫਿਰ ਤੁਸੀਂ ਸਕਰੀਨਸ਼ਾਟ ਲੈ ਲੈਣਾ ਪੇਮੈਂਟ ਕਰਨ ਤੋਂ ਬਾਅਦ। ਇਹ ਪੇਮੈਂਟ ਕਰਨੀ ਚਾਹੇ ਤੁਸੀਂ ਆਪ ਕਰੋ, ਭੈਣ ਭਰਾ ਤੋਂ ਕਰਾਓ, ਕਿਸੇ ਦੁਕਾਨ ਤੋਂ ਕਰਾਓ, ਕਿਸੇ ਸਟਾਫ ਮੈਂਬਰ ਤੋਂ ਕਰਾਓ, ਕਿਤੋਂ ਵੀ ਕਰਵਾ ਸਕਦੇ ਹੋ। ਫਿਰ ਇਹਦਾ ਸਕਰੀਨਸ਼ਾਟ ਸਾਡੇ ਇਸ ਨੰਬਰ ਤੇ ਭੇਜੋ 88 474 77 007। ਜਦੋਂ ਤੁਸੀਂ ਸਕਰੀਨਸ਼ਾਟ ਭੇਜਤਾ ਤੁਹਾਨੂੰ 1 ਮਿੰਟ ਬਾਅਦ ਨੋਟਸ ਮਿਲ ਜਾਣਗੇ। ਤੁਸੀਂ ਉਹਦੇ ਪ੍ਰਿੰਟ ਆਊਟ ਕਢਵਾ ਸਕਦੇ ਹੋ। ਪ੍ਰਿੰਟ ਆਊਟ ਮਤਲਬ ਉਹਦਾ ਸਿਰਫ 200 ਜਾਂ 210 ਪੇਜ ਮਸਾਂ ਨਿਕਲਣਗੇ, ਕਿਉਂਕਿ ਆਪਾਂ ਫੌਂਟ ਇਸ ਵਾਰ ਥੋੜ੍ਹਾ ਜਿਹਾ ਛੋਟਾ ਰੱਖਿਆ ਹੋਇਆ ਵੀ ਤਾਂ ਜੋ ਤੁਹਾਡੇ ਜ਼ਿਆਦਾ ਪੈਸੇ ਨਾ ਖਰਚੇ ਜਾਣ। ਸੋ ਇਹ ਸਾਰੀ ਜਾਣਕਾਰੀ ਤੁਹਾਨੂੰ ਨੋਟਸਾਂ ਬਾਰੇ ਸੀ। ਸੋ ਗੁਰੂ ਸਟੱਡੀ ਪੁਆਇੰਟ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਜਿਹੜੇ ਦੋਸਤ ਨਵੇਂ ਨੇ ਅੱਗੇ ਸ਼ੇਅਰ ਕਰ ਦਿਓ। ਆਪਾਂ ਕੰਟੀਨਿਊਜ਼ ਇਸੇ ਤਰ੍ਹਾਂ ਹੀ ਤੁਹਾਨੂੰ ਤਿਆਰੀ ਕਰਵਾਉਂਦੇ ਰਹਾਂਗੇ। ਆਪਾਂ ਪੋਲੀਟੀਕਲ ਦੇ ਲੈਕਚਰ ਵੀ ਸ਼ੁਰੂ ਕਰ ਰਹੇ ਹਾਂ, ਪੰਜਾਬੀ ਦੇ ਲੈਕਚਰ ਵੀ ਸ਼ੁਰੂ ਕਰ ਰਹੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ। ਸੋ ਮਿਲਦੇ ਹਾਂ ਦੋਸਤੋ ਅਗਲੇ ਵੀਡੀਓ ਲੈਕਚਰ ਦੇ ਵਿੱਚ। ਤਦ ਤੱਕ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।